ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼੍ਰੀ ਦਰਬਾਰ ਸਾਹਿਬ ਵਿੱਚ ਜਾ ਕੇ ਬੰਦਨਾ ਕਰਦੇ ਹਨ ਅਤੇ ਆਨੰਦ ਸਹਿਤ ਚਾਰ ਪਰਿਕਰਮਾ ਕਰਦੇ ਹਨ। ਇਸ ਤਰ੍ਹਾਂ ਦਰਸ਼ਨ ਕਰਕੇ ਫਿਰ ਆ ਜਾਂਦੇ ਹਨ ਅਤੇ ਥੜਾ ਸਾਹਿਬ 'ਤੇ ਬੈਠ ਕੇ ਸ਼ੋਭਦੇ ਹਨ। ਜਦ ਸੰਗਤ ਆ ਜਾਂਦੀ ਸੀ ਤਾਂ ਦੀਵਾਨ ਲੱਗ ਜਾਂਦਾ ਹੈ ਅਤੇ ਕਿਰਪਾ ਨਿਧਾਨ ਗੁਰੂ ਜੀ ਉਹਨਾਂ ਦੇ ਵਿੱਚ ਬੈਠ ਜਾਂਦੇ ਹਨ। ਗੁਰੂ ਜੀ ਆਪਣੇ ਮੁਖ ਤੋਂ ਇਸ ਤਰ੍ਹਾਂ ਬਚਨ ਬੋਲਦੇ ਹਨ। ਖਿੜੇ ਕਮਲਾਂ ਤੋਂ ਜਿਵੇਂ ਭੌਰੇ ਨਿਕਲਦੇ ਹਨ। ਗੁਰੂ ਜੀ ਨੇ ਕਿਹਾ, ਹੇ ਭਾਈ ਗੁਰਦਾਸ ਜੀ, ਮੇਰੀ ਗੱਲ ਚਿੱਤ ਲਾ ਕੇ ਸੁਣੋ। ਪਰਉਪਕਾਰ ਕਰਨਾ ਵੱਡੀ ਸੁੱਖਾਂ ਦੀ ਪੂੰਜੀ ਹੈ। ਮਹਾਂਪੁਰਖ ਜਗਤ ਵਿੱਚ ਸਰੀਰ ਇਸ ਕਰਕੇ ਧਾਰ ਕੇ ਆਉਂਦੇ ਹਨ ਤਾਂ ਕਿ ਉਹ ਅਣਗਿਣਤ ਮਨੁੱਖਾਂ ਦਾ ਆਸਰਾ ਬਣ ਸਕਣ। ਇਸ ਕਰਕੇ ਹੁਣ ਅਜਿਹਾ ਥਾਂ ਵੇਖੋ ਜਿਹੜਾ ਇਕਾਂਤ ਥਾਂ ਵੀ ਹੋਵੇ ਅਤੇ ਸੁੰਦਰ ਵੀ ਹੋਵੇ, ਜਿਸ ਨੂੰ ਵੇਖ ਕੇ ਹੀ ਪ੍ਰਸੰਨਤਾ ਪ੍ਰਾਪਤ ਹੋਵੇ, ਧਰਤੀ 'ਤੇ ਹਰਿਆਵਲ ਹੋਵੇ ਅਤੇ ਦਰੱਖਤਾਂ ਦਾ ਝੁੰਡ ਹੋਵੇ, ਜਲ ਨੇੜੇ ਹੋਵੇ ਅਤੇ ਸੁੰਦਰ ਛਾਂ ਹੋਵੇ। ਹਰੇ ਦਰੱਖਤਾਂ ਨਾਲ ਕੋਈ ਸੰਘਣਾ ਭਰਿਆ ਥਾਂ ਵੇਖੋ। ਇਹ ਸੁਣ ਕੇ ਭਾਈ ਗੁਰਦਾਸ ਜੀ ਨੇ ਕਿਹਾ, ਜਿਹੜਾ ਥਾਂ ਕਿਰਪਾ ਦੇ ਸਾਗਰ ਨੂੰ ਚੰਗਾ ਲੱਗੇ ਉਹ ਹੀ ਬੈਠਣ ਯੋਗ ਚੰਗਾ ਹੋਵੇਗਾ, ਜਿੱਥੇ ਕਿ ਸਾਰੇ ਲੋਕ ਨਾ ਪਹੁੰਚ ਸਕਣ। ਇਹ ਸੁਣ ਕੇ ਗੁਰਦੇਵ ਜੀ ਆਪ ਹੀ ਬੈਠਣ ਲਈ ਚੰਗਾ ਥਾਂ ਵੇਖਣ ਲਈ ਚੱਲ ਪਏ। ਨਾਲ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਚੱਲ ਪਏ। ਕਈ ਹੋਰ ਸਿੱਖ ਵੀ ਜਿਹੜੇ ਬਹੁਤ ਸਿਆਣੇ ਸਨ, ਉਹ ਵੀ ਅੰਮ੍ਰਿਤ ਸਰੋਵਰ ਦੇ ਪੂਰਬ ਵੱਲ ਚੱਲ ਪਏ, ਜਿਨ੍ਹਾਂ ਦੀ ਮੱਤ ਉਪਕਾਰ ਵਿੱਚ ਰਚੀ ਹੋਈ ਸੀ। ਇੱਧਰ ਉੱਧਰ ਫਿਰ ਕੇ ਸਾਰੇ ਸਥਾਨ ਵੇਖੇ। ਜਿੱਥੇ ਬਹੁਤ ਸੰਘਣੇ ਦਰੱਖਤ ਸਨ ਉੱਥੇ ਪਹੁੰਚ ਗਏ। ਕਿੰਨੀ ਦੇਰ ਉਸ ਪਾਸੇ ਫਿਰਦੇ ਰਹੇ, ਕੋਈ ਵੀ ਬੈਠਣ ਦੀ ਥਾਂ ਨਾ ਪਾਈ। ਕੁਝ ਦੂਰ ਪਿੱਪਲ ਦੇ ਬੜੇ ਹਰੇ ਦਰੱਖਤ ਖੜ੍ਹੇ ਸਨ। ਪੂਰੇ ਗੁਰੂ ਜੀ ਫਿਰਦੇ ਫਿਰਦੇ ਉੱਥੇ ਪਹੁੰਚ ਗਏ। ਇੱਕ ਥਾਂ ਅਨੇਕ ਬੇਰੀਆਂ ਦੇਖੀਆਂ, ਜਿਹੜੀਆਂ ਬੜੀਆਂ ਹਰੀਆਂ ਭਰੀਆਂ ਖੜੀਆਂ ਗਰਮੀ ਦੀ ਤਪਸ਼ ਨੂੰ ਦੂਰ ਕਰ ਰਹੀਆਂ ਸਨ ਅਤੇ ਸਾਰੀਆਂ ਦੇਖਣ ਵਿੱਚ ਇੱਕੋ ਜਿਹੀਆਂ ਲੱਗਦੀਆਂ ਸਨ। ਜੰਡ ਦੇ ਦਰੱਖਤਾਂ ਦਾ ਇੱਕ ਝੁੰਡ ਖੜ੍ਹਾ ਸੀ ਅਤੇ ਕਈ ਕਰੀਰ ਦੇ ਬ੍ਰਿਛ ਵੀ ਸਨ। ਪਿੱਪਲ ਦੇ ਚੰਚਲ ਸੁੰਦਰ ਦਰੱਖਤ ਸਮੂਹ ਪੱਤੀਆਂ ਸਮੇਤ ਖੜ੍ਹੇ ਸਨ। ਸੁੰਦਰ ਛਾਂ ਮਨ ਨੂੰ ਸੁਖਦਾਇਕ ਕਰਦੀ ਸੀ। ਸਾਰੇ ਪਾਸੇ ਨਵੀਂ ਉੱਗੀ ਹੋਈ ਹਰਿਆਵਲੀ ਦਿਖਾਈ ਦਿੰਦੀ ਸੀ। ਧਰਤੀ ਦੇ ਨਾਲ ਹੀ ਜਲ ਹੈ, ਜਿਸ ਨੂੰ ਦਰੱਖਤਾਂ ਦੀਆਂ ਡਾਹਣੀਆਂ ਛੂੰਹਦੀਆਂ ਹਨ। ਗੁਰੂ ਜੀ ਨੇ ਉਹ ਸਥਾਨ ਪਸੰਦ ਕੀਤਾ ਜਿਹੜਾ ਕਿ ਬੜਾ ਆਨੰਦਦਾਇਕ ਸੀ। ਉਸ ਸਥਾਨ ਨੂੰ ਵੇਖ ਕੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਇਹ ਪੰਚਵਟੀ ਸਮਾਨ ਥਾਂ ਵੇਖਿਆ ਹੈ, ਜਿਸ ਦੇ ਵਿੱਚ ਧਰਤੀ ਇੱਕ ਸਮਾਨ ਹੈ। ਸਾਡਾ ਚਿੱਤ ਇੱਥੇ ਬੈਠਣਾ ਚਾਹੁੰਦਾ ਹੈ। ਇੱਥੇ ਤੰਬੂ ਕਨਾਤਾਂ ਲਗਾਓ ਅਤੇ ਸੇਵਕਾਂ ਨੂੰ ਮੰਗਾਓ। ਇਹ ਮਹਾਨ ਸੁਖਦਾਇਕ ਥਾਂ ਹੈ। ਚਾਰੇ ਪਾਸੇ 4000 ਦਰੱਖਤ ਖੜ੍ਹੇ ਹਨ। ਇਹ ਸੁਣ ਕੇ ਭਾਈ ਗੁਰਦਾਸ ਜੀ ਨੇ ਕਿਹਾ, ਉਹੀ ਥਾਂ ਭਲਾ ਹੈ ਜਿਹੜਾ ਆਪ ਜੀ ਨੂੰ ਚੰਗਾ ਲੱਗਦਾ ਹੈ। ਮੇਰਾ ਮਨ ਵੀ ਬਹੁਤ ਪ੍ਰਸੰਨ ਹੋਇਆ ਹੈ। ਨੀਵੇਂ ਥਾਂ ਵਿੱਚ ਜਲ ਹੈ, ਇਸ ਲਈ ਭੂਮੀ ਬਹੁਤ ਸ਼ੋਭਦੀ ਹੈ। ਆਪ ਨੇ ਇਸ ਦੀ ਪੰਚਵਟੀ ਨਾਲ ਤੁਲਨਾ ਦਿੱਤੀ ਹੈ। ਇਸ ਸਥਾਨ ਦੇ ਦਰਸ਼ਨ ਦਾ ਵੱਡਾ ਮਹਾਤਮ ਹੋਵੇਗਾ। ਇਸ ਤਰ੍ਹਾਂ ਕਹਿ ਕੇ ਤੰਬੂ ਕਨਾਤ ਮੰਗਵਾਏ। ਸੇਵਕ ਲਾ ਰਹੇ ਸਨ ਅਤੇ ਗੁਰੂ ਜੀ ਦੱਸ ਰਹੇ ਸਨ। ਤ੍ਰੇਤੇ ਯੁੱਗ ਵਿੱਚ ਨਾਸਿਕ ਵਿੱਚ ਗੋਦਾਵਰੀ ਦੇ ਕੰਢੇ ਪੰਚਵਟੀ ਦਾ ਸਥਾਨ ਸੀ, ਜੋ ਬੜਾ ਇਕਾਂਤ ਅਤੇ ਰਮਣੀਕ ਸੀ। ਸ਼੍ਰੀ ਰਾਮਚੰਦਰ ਜੀ ਇੱਥੇ ਠਹਿਰੇ ਸਨ। ਇਹ ਸਥਾਨ ਹੁਣ ਵੀ ਹੈ। ਸ਼੍ਰੀ ਗੁਰੂ ਜੀ ਨੇ ਫਿਰ ਕਿਹਾ, ਅਸੀਂ ਜਾਂਦੇ ਹਾਂ, ਇਸ ਥਾਂ ਨੂੰ ਸਵਾਰ ਕੇ ਤਿਆਰ ਕਰੋ। ਅਸੀਂ ਹੁਣ ਜਾਂਦੇ ਹਾਂ, ਫਿਰ ਆਵਾਂਗੇ। ਤਦ ਤੱਕ ਇੱਥੇ ਤੰਬੂ ਕਨਾਤ ਖੜ੍ਹੇ ਕਰ ਦਿਓ। ਉਹਨਾਂ ਨੂੰ ਆਦੇਸ਼ ਦੇ ਕੇ ਗੁਰੂ ਜੀ ਆਪ ਵਾਪਸ ਘਰ ਆ ਗਏ। ਗੁਰੂ ਜੀ ਸਦਾ ਹੀ ਸਿੱਖਾਂ ਨੂੰ ਸੁੱਖ ਦਿੰਦੇ ਹਨ। ਗੁਰੂ ਜੀ ਦਾ ਸਦਾ ਹੀ ਧਿਆਨ ਧਰਨਾ ਚਾਹੀਦਾ ਹੈ। ਤਦ ਭਾਈ ਗੁਰਦਾਸ ਜੀ ਨੇ ਸੇਵਕਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਸਾਰਿਆਂ ਨੂੰ ਗੁਰੂ ਜੀ ਦੀ ਆਗਿਆ ਬਾਰੇ ਦੱਸਿਆ। ਸਾਰੇ ਸੁਣ ਕੇ ਬਹੁਤ ਪ੍ਰਸੰਨ ਹੋਏ।
ਸਾਰੇ ਸੇਵਕਾਂ ਨੇ ਇਕੱਠਿਆਂ ਹੋ ਕੇ ਧਰਤੀ ਨੂੰ ਪੱਧਰਾ ਕੀਤਾ। ਚਾਰੇ ਪਾਸੇ ਸੋਹਣੀ ਹਰਿਆਵਲ ਸੀ। ਕਈ ਤੰਬੂਆਂ ਦੇ ਰੱਸੇ ਫੜ ਕੇ ਖੜੇ ਸੀ, ਕਈ ਨੀਵੇਂ ਥਾਂ ਪਾਣੀ ਦੇ ਪਾਸ ਸਨ। ਕਨਾਤਾਂ ਖੜੀਆਂ ਕਰਕੇ ਗੱਡ ਦਿੱਤੀਆਂ। ਚਾਰੇ ਪਾਸਿਆਂ ਦੀ ਸੁੰਦਰ ਚਮਕ ਵੱਧ ਗਈ। ਫਿਰ ਜਲ ਦਾ ਸੁੰਦਰ ਛਿੜਕਾਅ ਕਰਵਾਇਆ ਗਿਆ। ਫਿਰ ਗੁਲਾਬ ਦੀਆਂ ਬੂੰਦਾਂ ਦੀ ਵਰਸ਼ਾ ਕੀਤੀ ਗਈ। ਚਾਰੇ ਪਾਸੇ ਸੁੰਦਰ ਚੰਦਨ ਦਾ ਛਿੜਕਾਅ ਕੀਤਾ। ਖੁਸ਼ਬੂ ਦੀ ਬਹੁਤ ਮਹਿਕ ਆ ਰਹੀ ਸੀ। ਹੋਰ ਬਾਗਾਂ ਤੋਂ ਲਿਆ ਕੇ ਫੁੱਲਾਂ ਦੇ ਨਾਲ ਜੜੇ ਹੋਏ ਸੁੰਦਰ ਬੂਟੇ ਲਗਾਏ ਗਏ। ਭਿੰਨ ਭਿੰਨ ਪ੍ਰਕਾਰ ਦੇ ਫੁੱਲ ਖਿੜੇ ਹੋਏ ਸਨ। ਹਵਾ ਦੇ ਵਗਣ ਨਾਲ ਜਿਨ੍ਹਾਂ ਦੀਆਂ ਟਹਿਣੀਆਂ ਝੂਲਦੀਆਂ ਸਨ, ਸਾਰੇ ਥਾਵਾਂ ਤੇ ਧੂੜ ਨੂੰ ਦਬਾ ਦਿੱਤਾ। ਕੰਡੇ ਤੇ ਸੁੱਕੇ ਕੱਖ ਦੂਰ ਕੀਤੇ। ਫਿਰ ਰੰਗਦਾਰ ਕੱਪੜਾ ਲੈ ਕੇ ਤੰਬੂ ਦੇ ਅੰਦਰ ਚਾਰੇ ਪਾਸੇ ਵਿਛਾਇਆ ਗਿਆ। ਐਸਾ ਰਮਣੀਕ ਥਾਂ ਬਣਾਇਆ ਜਿਸ ਨੂੰ ਵੇਖ ਕੇ ਦਿਲ ਪ੍ਰਸੰਨ ਹੋ ਜਾਂਦਾ ਸੀ। ਉੱਥੇ ਕਈ ਸੇਵਕ ਬਿਠਾ ਲਏ। ਫਿਰ ਭਾਈ ਗੁਰਦਾਸ ਜੀ ਗੁਰੂ ਜੀ ਦੇ ਪਾਸ ਗਏ। ਪ੍ਰਵੀਨ ਭਾਵ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਜੋ ਪੋਥੀਆਂ ਹਨ, ਉਹਨਾਂ ਨੂੰ ਸਾਰੀ ਸੰਗਤ ਦੇ ਸਾਹਮਣੇ ਬੈਠ ਕੇ ਥੜੇ ਦੇ ਉੱਤੇ ਦੀਵਾਨ ਲਗਾਉਂਦੇ ਹਨ ਤੇ ਸਾਰੀ ਸੰਗਤ ਨੂੰ ਉਹਨਾਂ ਪੋਥੀਆਂ ਦੇ ਦਰਸ਼ਨ ਕਰਵਾਉਂਦੇ ਹਨ। ਭਾਈ ਗੁਰਦਾਸ ਜੀ ਨੇ ਗੁਰੂ ਜੀ ਦੇ ਅੱਗੇ ਜਾ ਕੇ ਅਰਦਾਸ ਕੀਤੀ, ਹੇ ਗੁਰੂ ਜੀ, ਸਥਾਨ ਤਿਆਰ ਹੋ ਗਿਆ ਹੈ। ਚਾਰੇ ਪਾਸਿਆਂ ਤੋਂ ਰਮਣੀਕ ਬਣਾ ਦਿੱਤਾ ਹੈ, ਜਿੱਥੇ ਬ੍ਰਿਛਾਂ ਦਾ ਝੁੰਡ ਦਿਖਾਈ ਦਿੰਦਾ ਹੈ। ਇਹ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਸਾਰੀਆਂ ਪੋਥੀਆਂ ਲੈ ਕੇ ਬੜੇ ਉਤਸ਼ਾਹ ਨਾਲ ਉੱਥੇ ਚਲੇ ਗਏ। ਪੋਥੀਆਂ ਨੂੰ ਪਾਲਕੀ ਵਿੱਚ ਰੱਖ ਕੇ ਉਠਵਾ ਕੇ ਲੈ ਗਏ। ਦੋਵੇਂ ਪਾਸੀ ਸੁੰਦਰ ਚੌਰ ਕਰ ਰਹੇ ਸਨ, ਮਾਨੋ ਜਿਵੇਂ ਮੋਤੀਆਂ ਉੱਤੇ ਹੰਸ ਉੱਡ ਰਿਹਾ ਹੋਵੇ, ਉੱਡਦਾ ਭੌਂਦਾ ਫਿਰਦਾ ਹੋਵੇ, ਡਰ ਕਰਕੇ ਨੇੜੇ ਨਾ ਆਉਂਦਾ ਹੋਵੇ। ਸਿੱਖ ਸੰਗਤਾਂ ਨੇ ਫੁੱਲਾਂ ਦੀਆਂ ਮਾਲਾਵਾਂ ਲੈ ਕੇ ਪਾਲਕੀ ਦੇ ਚਾਰੇ ਪਾਸੇ ਲਟਕਾ ਦਿੱਤੀਆਂ। ਅੱਗੇ ਧੂਪ ਧੁਖਾ ਕੇ ਲਈ ਜਾ ਰਹੇ ਸਨ ਅਤੇ ਸਾਰੇ ਮਿਲ ਕੇ ਜੈ ਜੈਕਾਰ ਦੀ ਧੁਨ ਦਾ ਉਚਾਰਨ ਕਰ ਰਹੇ ਸਨ। ਸੰਖਾਂ ਦੇ ਵੱਜਣ ਦਾ ਬੜਾ ਜ਼ੋਰ ਹੋ ਰਿਹਾ ਸੀ ਅਤੇ ਬੜੇ ਜ਼ੋਰ ਨਾਲ ਮਿਲ ਮਿਲ ਕੇ ਕੀਰਤਨ ਕਰਦੇ ਸਨ। ਛੋਟੀਆਂ ਦੁਦੰਬੀਆਂ ਅਤੇ ਨਫੀਰੀਆਂ ਨੂੰ ਮਿਲ ਕੇ ਬਹੁਤ ਲੋਕ ਵਜਾ ਰਹੇ ਸਨ। ਇਸ ਤਰ੍ਹਾਂ ਉਤਸ਼ਾਹ ਕਰਦੇ ਗੁਰੂ ਜੀ ਚੱਲ ਪਏ। ਸਿੱਖ ਵੀ ਬੜੇ ਪ੍ਰੇਮ ਨਾਲ ਗਏ। ਹੌਲੀ ਹੌਲੀ ਉਸ ਥਾਂ ਪਹੁੰਚੇ ਜਿੱਥੇ ਪਿੱਪਲ ਦੇ ਉੱਚੇ ਬ੍ਰਿਛ ਝੂਲ ਰਹੇ ਸਨ। ਚਾਰੇ ਪਾਸੇ ਸੁੰਦਰ ਬਣੇ ਸਥਾਨ ਨੂੰ ਵੇਖਿਆ, ਜਿੱਥੇ ਖੁਸ਼ਬੂ ਦੀਆਂ ਬਹੁਤ ਲਪਟਾਂ ਮਹਿਕ ਰਹੀਆਂ ਸਨ। ਸਾਰਾ ਕੁਝ ਵੇਖ ਕੇ ਬਹੁਤ ਹੈਰਾਨ ਹੋਏ। ਅੰਦਰ ਜਾ ਕੇ ਪਾਲਕੀ ਨੂੰ ਥੱਲੇ ਰੱਖ ਦਿੱਤਾ। ਭਾਈ ਗੁਰਦਾਸ ਜੀ ਦੇ ਉੱਤੇ ਆਪਣੀ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਸਤਿਗੁਰੂ ਜੀ ਆਨੰਦ ਧਾਰ ਕੇ ਬੈਠ ਗਏ। ਸਿੱਖ ਸੰਗਤਾਂ ਵੀ ਉਸ ਸਥਾਨ ਤੇ ਬੈਠ ਗਈਆਂ। ਗੁਰੂ ਜੀ ਦੇ ਚਾਰੇ ਪਾਸੇ ਦੀਵਾਨ ਲੱਗ ਗਿਆ। ਸਾਹਮਣੇ ਨੀਵੇਂ ਸਥਾਨ ਤੇ ਕੁਝ ਪਾਣੀ ਸੀ। ਉਸ ਨੂੰ ਵੇਖ ਕੇ ਧੀਰਜਵਾਨ ਗੁਰੂ ਜੀ ਬੋਲੇ, ਆਪਣੇ ਸੇਵਕਾਂ ਦੇ ਕਲਿਆਣ ਹਿੱਤ ਇੱਕ ਛੋਟਾ ਸੁੰਦਰ ਸਰੋਵਰ ਬਣਾਓ। ਜਿੰਨੇ ਵੀ ਕਾਰ ਸੇਵਾ ਕਰਕੇ ਇਸ ਸਥਾਨ ਦੀ ਮੈਲ ਕੱਢਣਗੇ, ਓਨੀ ਹੀ ਉਹਨਾਂ ਦੀ ਮੈਲ ਦੂਰ ਹੋ ਜਾਏਗੀ। ਜਿਹੜੇ ਵੀ ਤੀਰਥਾਂ ਦੀ ਸੇਵਾ ਕਰਦੇ ਹਨ, ਉਹਨਾਂ ਦਾ ਦੋ ਲੋਕਾਂ ਵਿੱਚ ਚੰਗਾ ਕਲਿਆਣ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਸੁਣ ਕੇ ਸੰਗਤ ਕਾਰ ਸੇਵਾ ਵਾਸਤੇ ਉੱਠ ਖਲੋਤੀ। ਇੱਕ ਪਹਿਰ ਤੱਕ ਉਹਨਾਂ ਨੇ ਗਾਰ ਕੱਢਣ ਦੀ ਸੇਵਾ ਕੀਤੀ ਅਤੇ ਸਾਰੇ ਸੇਵਕਾਂ ਨੇ ਮਿਲ ਕੇ ਇੱਕ ਛੋਟਾ ਸਰੋਵਰ ਬਣਾ ਦਿੱਤਾ। ਸ਼ਾਮ ਹੋ ਗਈ ਵੇਖ ਕੇ ਗੁਰੂ ਜੀ ਨੇ ਸਭ ਨੂੰ ਹਟਾ ਦਿੱਤਾ ਅਤੇ ਸੰਗਤ ਦੇ ਬੈਠ ਜਾਣ ਤੇ ਉਹਨਾਂ ਨੇ ਬਚਨ ਕੀਤੇ। ਸ੍ਰੀ ਗੁਰੂ ਜੀ ਭਾਵ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਤੀਰਥ ਬਣਾਇਆ ਹੈ। ਇਸ ਦਾ ਕੋਈ ਨਾਮ ਰੱਖੋ ਜਿਹੜਾ ਸਾਰੇ ਜੱਗ ਵਿੱਚ ਪ੍ਰਗਟ ਹੋਵੇ। ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਪੁੱਛਿਆ, ਇਸ ਦਾ ਕੀ ਨਾਮ ਰੱਖਿਆ ਜਾਵੇ ਜਿਹੜਾ ਅਰਥਾਂ ਸਹਿਤ ਹੋਵੇ ਅਤੇ ਭਾਰੀ ਫਲਦਾਇਕ ਵੀ ਹੋਵੇ ਅਤੇ ਇਸ਼ਨਾਨ ਕਰਨ ਨਾਲ ਪਾਪਾਂ ਦੀ ਮੈਲ ਵੀ ਉਤਾਰੇ। ਬਾਬਾ ਬੁੱਢਾ ਜੀ ਨੇ ਕਿਹਾ, ਹੇ ਗੁਰੂ ਜੀ, ਤੁਸੀਂ ਹਰ ਤਰ੍ਹਾਂ ਨਾਲ ਮਹਾਨ ਹੋ। ਇਸ ਦਾ ਬਿਰਤਾਂਤ ਤੁਸੀਂ ਜਾਣਦੇ ਹੋ, ਜੋ ਤਿੰਨਾਂ ਸਮਿਆਂ ਵਿੱਚ ਹੁੰਦਾ ਰਿਹਾ ਹੈ। ਆਪ ਜੀ ਸਰਬ ਸਮਰੱਥ ਹੋ। ਹੋਰ ਕੋਈ ਵੀ ਇਸ ਦਾ ਨਾਂ ਰੱਖਣ ਦੇ ਸਮਰੱਥ ਨਹੀਂ ਹੈ। ਇਸ ਦਾ ਨਾਂ ਰੱਖੋ ਜਿਵੇਂ ਵੀ ਆਪ ਜੀ ਦੇ ਮਨ ਵਿੱਚ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰਾ ਕੁਝ ਸੁਣ ਕੇ ਬਚਨ ਕੀਤੇ। ਪੰਚਵਟੀ ਵਿਖੇ ਮਹਾਨ ਰਾਮ ਨਿਵਾਸ ਕੀਤਾ ਸੀ। ਇੱਥੇ ਵੀ ਰਾਮਦਾਸ ਜੀ ਦੇ ਨਾਮ ਦਾ ਵਾਸਾ ਹੈ। ਪ੍ਰਭੂ ਦੇ ਸੁੱਖਾਂ ਰੂਪੀ ਪੂੰਜੀ ਦੇ ਗ੍ਰੰਥ ਦੀ ਇੱਥੇ ਰਚਨਾ ਕਰੀਏ
ਨਾਮ ਅਤੇ ਨਾਮੀ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ। ਸਾਰੀ ਦੁਨੀਆ ਜਾਣਦੀ ਹੈ ਕਿ ਉਹ ਇੱਕ ਰੂਪ ਹਨ। ਰਾਮ ਨਾਮ ਦੀ ਮਹਾਨ ਮਹਿਮਾ ਹੈ। ਪ੍ਰਭੂ ਦੇ ਗ੍ਰੰਥ ਦੀ ਇੱਥੇ ਰਚਨਾ ਕਰੀਏ। ਇਸ ਕਰਕੇ ਪ੍ਰਭੂ ਰਾਮਦਾਸ ਜੀ ਦੇ ਨਾਮ ਤੇ ਇਸ ਦਾ ਨਾਮ ਰਾਮਸਰ ਹੋਇਆ। ਜਿਹੜਾ ਵੀ ਇਸ ਵਿੱਚ ਇਸ਼ਨਾਨ ਕਰੇਗਾ ਉਸ ਦੇ ਸਾਰੇ ਪਾਪਾਂ ਦਾ ਨਾਸ਼ ਹੋਵੇਗਾ। ਇਹ ਸੁਣ ਕੇ ਸਾਰੀ ਸੰਗਤ ਪ੍ਰਸੰਨ ਹੋ ਗਈ ਅਤੇ ਹੱਥ ਜੋੜ ਕੇ ਉਹਨਾਂ ਨੇ ਆਪਣੇ ਸਿਰ ਨੂੰ ਨਿਵਾਇਆ, ਉਸ ਦੇ ਪਰਥਾਏ। ਫਿਰ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਅਤੇ ਸਰੋਵਰ ਦੇ ਨਾਂ ਦੇ ਮਹਾਤਮ ਨੂੰ ਅੰਕਿਤ ਕਰ ਦਿੱਤਾ। ਸ਼੍ਰੀ ਮੁਖ ਵਾਕ ਗੌੜੀ ਮਹੱਲਾ ਪੰਜਵਾਂ। ਨਿਤ ਪ੍ਰਤ ਨਾਵਣ ਰਾਮਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਓ। ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਸੰਤ ਸੰਗ ਤਹ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਵਿਖ ਖੋਏ। ਸਿਮਰੇ ਸਾਧ ਕਰੇ ਆਨੰਦ, ਮਨ ਤਨ ਰਵਿਆ ਪਰਮਾਨੰਦ। ਜਿਸੇ ਪ੍ਰਾਪਤ ਹਰ ਚਰਨ ਨਿਧਾਨ, ਨਾਨਕ ਦਾਸ ਤਿਸੇ ਕੁਰਬਾਨ। ਹਰ ਰੋਜ਼ ਰਾਮਸਰ ਵਿੱਚ ਇਸ਼ਨਾਨ ਕਰੋ। ਇਸ ਵਿੱਚ ਇਸ਼ਨਾਨ ਕਰਕੇ ਪ੍ਰਭੂ ਦੇ ਅਤਿ ਸੁਆਦੀ ਅੰਮ੍ਰਿਤ ਨੂੰ ਪੀਵੋ। ਪ੍ਰਭੂ ਦੇ ਨਾਮ ਦਾ ਪਾਣੀ ਅਤਿ ਪਵਿੱਤਰ ਹੈ। ਇਸ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਸਤ ਸੰਗਤ ਵਿੱਚ ਈਸ਼ਵਰੀ ਨਾਮ ਤੇ ਵਖਿਆਨ ਹੁੰਦਾ ਹੈ, ਜਿਸ ਕਾਰਨ ਕਰੋੜਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ। ਸੰਤ ਲੋਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਜਿਸ ਕਾਰਨ ਉਹ ਸਦਾ ਪ੍ਰਸੰਨ ਰਹਿੰਦੇ ਹਨ। ਉਹਨਾਂ ਦਾ ਮਨ ਤਨ ਮਹਾਨ ਪ੍ਰਸੰਨਤਾ ਵਿੱਚ ਡੁੱਬਾ ਰਹਿੰਦਾ ਹੈ। ਜਿਸ ਨੇ ਵੀ ਪ੍ਰਭੂ ਦੇ ਚਰਨਾਂ ਦਾ ਖਜ਼ਾਨਾ ਪ੍ਰਾਪਤ ਕੀਤਾ ਹੈ, ਨਾਨਕ ਉਸ ਤੋਂ ਬਲਿਹਾਰ ਜਾਂਦਾ ਹੈ। ਜਲ ਵਿੱਚ ਇਸ਼ਨਾਨ ਕਰਦਿਆਂ ਇਸ ਸ਼ਬਦ ਦਾ ਜੋ ਪਾਠ ਕਰਦਾ ਹੈ, ਉਹ ਇਸ ਤੀਰਥ ਦੇ ਫਲ ਨੂੰ ਪ੍ਰਾਪਤ ਕਰਦਾ ਹੈ। ਇਹ ਬਚਨ ਸੁਣ ਕੇ ਸੰਗਤ ਬਹੁਤ ਪ੍ਰਸੰਨ ਹੋਈ। ਮੱਥਾ ਟੇਕ ਟੇਕ ਕੇ ਪਰਮ ਆਨੰਦ ਪ੍ਰਾਪਤ ਕਰ ਰਹੇ ਸਨ। ਸਤਿਗੁਰੂ ਜੀ ਨੇ ਸਾਰਿਆਂ ਨੂੰ ਆਗਿਆ ਦਿੱਤੀ ਅਤੇ ਬਚਨ ਕੀਤੇ, ਹੁਣ ਸੂਰਜ ਡੁੱਬ ਗਿਆ ਹੈ ਅਤੇ ਰਾਤ ਹੋ ਗਈ ਹੈ। ਹੁਣ ਤੁਸੀਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਜਾਓ ਅਤੇ ਆਪਣੇ ਆਪਣੇ ਨਗਰਾਂ ਨੂੰ ਜਾ ਕੇ ਸੁੱਖ ਪਾਓ। ਸਾਰਿਆਂ ਨੂੰ ਵਿਦਾ ਕਰਕੇ ਇਸ ਤਰ੍ਹਾਂ ਕਿਹਾ ਅਤੇ ਪਾਸ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਰਹੇ। ਸ਼੍ਰੀ ਹਰਗੋਬਿੰਦ ਜੀ ਸਾਰਿਆਂ ਨੂੰ ਨਾਲ ਲੈ ਕੇ ਘਰ ਚਲੇ ਗਏ। ਬੰਦਨਾ ਕਰਕੇ ਸਾਰੇ ਸਿੱਖ ਆਪਣੇ ਘਰਾਂ ਨੂੰ ਚਲੇ ਗਏ। ਘਰਾਂ ਵਿੱਚ ਜਾ ਕੇ ਉਹਨਾਂ ਨੇ ਵਿਸ਼ਰਾਮ ਕੀਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਡੇਰੇ ਵਿੱਚ ਹੀ ਰਹੇ। ਜਿਸ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਸਭ ਦੁੱਖਾਂ ਦਾ ਨਾਸ਼ ਹੁੰਦਾ ਹੈ। ਸਾਰੀ ਸੰਗਤ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀ ਸੀ ਅਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੀ ਸੀ। ਸਾਰੇ ਮਿਲ ਕੇ ਵਿਸ਼ਾਲ ਕੀਰਤਨ ਕਰਦੇ ਸਨ ਅਤੇ ਬਾਬਾ ਬੁੱਢਾ ਜੀ ਸੰਗਤ ਦੇ ਵਿੱਚ ਬੈਠੇ ਰਹਿੰਦੇ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।